ਪਹੁੰਚਿਆ ਜੀ ਖਜਾਲਾ ਮੰਡੀ ਦੇ ਵਿੱਚ, ਜਿੱਥੇ ਪਿਛਲੇ ਸਾਲਾਂ ਦੇ ਵਿੱਚ ਵੀ ਮੰਡੀ ਲੱਗਦੀ ਰਹੀ ਹੈ, ਲੇਕਿਨ ਇਸ ਵਾਰੀ ਜਿਹੜੀ ਨਵੀਂ ਸਰਕਾਰ ਜਦੋਂ ਬਣੀ ਆ ਉਦੋਂ 15 ਅਪ੍ਰੈਲ ਨੂੰ ਆ ਕੇ ਜਿਹੜੇ ਆ ਸਤਿਕਾਰਯੋਗ ਮੰਤਰੀ ਹਰਭਜਨ ਸਿੰਘ ਈਟੀਓ ਸਾਹਿਬ ਉਹ ਆ ਕੇ ਇੱਥੇ ਤੁਲਾਈ ਦਾ ਉਦਘਾਟਨ ਕਰਕੇ ਜਾਂਦੇ ਆ। ਤੇ ਜਿਹੜੀ ਆ ਇੱਥੇ ਦਾ ਆਰੰਭ ਕਰਨ ਤੋਂ ਬਾਅਦ ਤੁਸੀਂ ਇੰਝ ਲਾ ਲਓ ਕਿ ਜਿਹੜਾ ਵਾ 20-25 ਦਿਨ ਦਾ ਜਿਹੜਾ ਸੀਜ਼ਨ ਆ ਸਾਰਾ, ਇਹਦੇ ਵਿੱਚ ਜਦੋਂ ਅਸੀਂ ਵਰਕ ਦੇਖਦੇ ਹਾਂ ਪਿਛਲੇ ਸਾਲਾਂ ਦੇ ਨਾਲੋਂ ਸਾਨੂੰ ਜਿਹੜਾ ਵਰਕ ਆ ਉਹ ਬਹੁਤ ਫਾਸਟ ਨਜ਼ਰ ਆ ਰਿਹਾ। ਇਹ ਮੰਡੀ ਦੇ ਵਿੱਚ ਜਦੋਂ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਦੇਖਦੇ ਹੁੰਦੇ ਸੀ ਤੇ ਬਹੁਤ ਸਾਰੇ ਜਿਹੜੇ ਆ ਉਹ ਦੜੇ ਲੱਗੇ ਹੁੰਦੇ ਸੀ। ਲੋਕ ਜਿਹੜੇ ਆ ਕਿਸਾਨ ਪਰਿਵਾਰ ਜਿਹੜੇ ਆਉਂਦੇ ਸੀ ਇੱਥੇ ਮਾਫ ਕਰਨਾ ਕਿਸਾਨ ਜਿਹੜੇ ਜ਼ਿਮੀਂਦਾਰ ਇੱਥੇ ਆਉਂਦੇ ਸੀ ਕਣਕ ਲੈ ਕੇ, ਤੇ ਜਦੋਂ ਉਹ ਆਣ ਕੇ ਉਹਨਾਂ ਨੂੰ ਕਈ ਵਾਰ 2-2 4-4 5-5 ਦਿਨ ਬੈਠਣਾ ਪੈਂਦਾ ਸੀ। ਕਾਰਨ ਕੀ ਸੀ ਕਿ ਕਾਰਨ ਬਾਰਦਾਨਾ ਨਹੀਂ ਆਇਆ ਜੀ, ਇਹ ਚੀਜ਼ ਖਤਮ ਆ ਜੀ, ਅੱਜ ਬੋਲੀਵਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀ। ਪਰ ਇਸ ਵਾਰੀ ਦੇਖਣ 'ਚ ਇਹ ਆਉਂਦਾ ਵਾ ਕਿ ਕੋਈ ਵੀ ਜ਼ਿਮੀਂਦਾਰ ਨਹੀਂ ਇੱਥੇ ਆਣ ਕੇ ਜਿਹੜਾ ਕਿਸੇ ਨੂੰ ਰਾਤ ਨਹੀਂ ਕੱਟਣੀ ਪਈ। ਜਿਹੜੇ ਨਾਲ ਦੀ ਨਾਲ ਹੀ ਆਉਂਦੇ ਆ, ਨਾਲ ਦੀ ਨਾਲ ਹੀ ਜਿਹੜਾ ਉਹਨਾਂ ਨੂੰ ਬਾਰਦਾਨਾ ਮਿਲਦਾ, ਤੇ ਜਿਹੜੀ ਕਣਕ ਦੀ ਚੁਕਾਈ ਆ ਉਹ ਵੀ ਨਾਲ ਦੀ ਨਾਲ ਹੀ ਹੁੰਦੀ ਗਈ ਆ। ਇੱਥੇ ਜਦੋਂ ਅੱਜ ਦੀ ਤਰੀਕ ਦੇ ਵਿੱਚ ਮੈਂ ਦੇਖਦਾ ਤੇ ਆ ਜਿਹੜੇ ਇੱਥੇ ਲੇਬਰ ਜਿਹੜੀ ਮੰਡੀ ਦੇ ਵਿੱਚ ਕੰਮ ਕਰ ਰਹੇ ਆ ਉਹ ਆ ਹੁਣ ਸਾਵੇਂ ਬੈਠੇ ਆ, ਤੇ ਉਹਨਾਂ ਜਦੋਂ ਪੁੱਛਿਆ ਕਹਿੰਦੇ ਕਿ ਨਾਲ ਦੀ ਨਾਲ ਹੀ ਜਿਹੜਾ ਸਾਨੂੰ ਮਤਲਬ ਐਰਕਾਂ ਇਹ ਨਹੀਂ ਟਾਈਮ 'ਤੇ ਅਸੀਂ ਜਿਹੜਾ ਵਾ ਇੱਥੇ ਵੇਟ ਕਰੀਏ, ਬਾਰਦਾਨੇ ਦੀ ਵੇਟ ਕਰੀਏ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਪਰ ਫਿਰ ਵੀ ਉਹਨਾਂ ਦੇ ਨਾਲ ਜਿਹੜੇ ਚੌਧਰੀ ਸਾਹਿਬ ਗੱਲ ਕਰਦੇ ਆ ਕਿ ਪਿਛਲੇ ਜਿਹੜੇ ਆ ਉਹ ਮੰਡੀ ਜਦੋਂ ਲੱਗਦੀ ਰਹੀ ਉਦੋਂ ਦਾ ਤੇ ਹੁਣ ਦਾ ਉਹ ਕੀ ਫਰਕ ਵੇਖਦੇ ਹਨ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਕੀ ਨਾਮ ਆਪ ਜੀ ਦਾ? ਮੇਰਾ ਨਾਮ ਜੀ ਗੁਰਦਿਆਲ ਸਿੰਘ ਤੇ ਪਿੰਡ ਮੇਰਾ ਸੈਦੋਲੇਲ। ਤੁਸੀਂ ਚੌਧਰੀ ਇੱਥੇ ਜੀ? ਹਾਂ ਜੀ, ਮੈਂ ਚੌਧਰੀ ਇੱਥੋਂ ਦਾ। ਹਾਂਜੀ ਚੌਧਰੀ ਸਾਹਿਬ ਤੁਸੀਂ ਇੱਥੇ ਆ ਮੰਡੀ ਦੇ ਵਿੱਚ ਕੰਮ ਕੀਤਾ? ਹਾਂਜੀ, ਪਿਛਲੇ ਸਾਲਾਂ 'ਚ ਵੀ ਕੀਤਾ ਹੋਏਗਾ ਕਾਫੀ ਲੰਬੇ ਸਮੇਂ ਤੋਂ? ਹਾਂ ਜੀ, ਹਾਂ ਜੀ। ਇਸ ਸਾਲ ਤੇ ਪਿਛਲੇ ਸਾਲਾਂ ਦੇ ਵਿੱਚ ਤੁਹਾਨੂੰ ਸਾਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ। ਜੇ ਸਾਨੂੰ ਕੋਈ ਮਾੜੀ ਮੋਟੀ ਮੁਸ਼ਕਲ ਆਈ ਵੀ ਤੇ ਅਸੀਂ ਉਹਨਾਂ ਨੂੰ ਕਿਹਾ ਤੇ ਸਾਡੀ ਮੁਸ਼ਕਲ ਹੱਲ ਹੁੰਦੀ ਰਹੀ। ਨਹੀਂ, ਜੇ ਮੈਂ ਇਹ ਜਾਣਨਾ ਚਾਹਾਂ ਕਿ ਵੀ ਸਿਰਫ ਤੁਹਾਡੀ ਮੁਸ਼ਕਲ ਹੱਲ ਹੁੰਦੀ ਰਹੀ, ਈਟੀਓ ਸਾਹਿਬ ਤੁਹਾਡੀ ਮੁਸ਼ਕਲ ਹੱਲ ਕਰਦੇ ਰਹੇ ਕਿ ਓਵਰਆਲ ਸਾਰੀਆਂ ਮੰਡੀਆਂ ਦੇ ਵਿੱਚ ਇਹ ਹਾਲ ਆ? ਸਾਰੀਆਂ ਮੰਡੀਆਂ ਦੇ ਵਿੱਚ ਇਹ ਜੀ, ਇਕੱਲੀ ਸਾਡੀ ਮੰਡੀ ਦੇ ਵਿੱਚ ਨਹੀਂ, ਸਾਰੀਆਂ ਮੰਡੀਆਂ ਦੇ ਵਿੱਚ ਸਾਰਾ ਕੰਮ ਸਹੀ ਬਹੁਤ ਜ਼ਿਆਦਾ ਹੋਇਆ। ਕਿ ਬਾਰਦਾਨੇ ਦੀ ਇਸ ਵਾਰੀ ਤੁਹਾਨੂੰ ਕਿੰਨੀ ਕੁ ਕਿੱਲਤ ਆਈ ਆ? ਬਾਰਦਾਨਾ ਜੀ ਸਾਡੇ ਕੋਲ ਮੁਲਾਜ਼ਮ ਆਏ ਸੀ, ਮੈਡਮ ਨਹੀਂ, ਉਹਨਾਂ ਨੇ ਕੋਈ ਸਾਨੂੰ ਮੁਸ਼ਕਲ ਨਹੀਂ ਆਉਣ ਦਿੱਤੀ। ਬਾਰਦਾਨਾ ਮਿੰਟੋ ਮਿੰਟੀ ਆਉਂਦਾ ਸੀ, ਇੱਕ ਦਿਨ ਵੀ ਉਹਨਾਂ ਨਾਗਾ ਨਹੀਂ ਫਿਰਦਾ ਸਾਡਾ। ਜਿਸ ਤਰ੍ਹਾਂ ਕਈ ਵਾਰ ਪਿਛਲੇ ਸਮਿਆਂ ਦੇ ਵਿੱਚ ਵੇਖਦੇ ਰਹੇ ਆ ਕਿ ਜ਼ਿਮੀਂਦਾਰਾਂ ਨੂੰ ਆਣ ਕੇ 2-2 4-4 ਦਿਨ ਰਾਤਾਂ ਵੀ ਕੱਟਣੀਆਂ ਪੈਂਦੀਆਂ, ਇਸ ਵਾਰੀ ਤੁਸੀਂ ਲੋਕਾਂ ਨੂੰ ਕਿੰਨੀਆਂ ਕੁ ਰਾਤਾਂ ਇੱਥੇ ਕਟਾਈਆਂ? ਇੱਥੇ ਅਸੀਂ ਇਹ ਕੀਤਾ ਵਾ ਵੀ ਜਦੋਂ ਜ਼ਿਮੀਂਦਾਰ ਆਉਂਦਾ ਸੀ ਉਹਨੂੰ ਪਾਣੀ ਪਿਆਲ ਕੇ ਤੇ ਉਹਦੀ ਟਰਾਲੀ ਲਾ ਕੇ ਤੇ ਉਹਨੂੰ ਭਜਾ ਹੀ ਦਿੰਦੇ ਹਾਂ ਇੱਥੇ। ਮਤਲਬ ਇੰਨਾ ਫਾਸਟ ਕੰਮ ਚੱਲਿਆ? ਹਾਂ, ਇੰਨਾ ਫਾਸਟ ਕੰਮ ਚੱਲਿਆ। ਹਾਂਜੀ ਵੀਰ ਜੀ, ਤੁਸੀਂ ਵੀ ਇੱਥੇ ਮੰਡੀ 'ਚ ਕੰਮ ਕਰਦੇ ਜੀ? ਹਾਂਜੀ ਹਾਂਜੀ। ਤੁਹਾਡਾ ਕੀ ਨਾਮ ਜੀ? ਬਲਵਿੰਦਰ ਸਿੰਘ ਚੌਧਰੀ। ਹਾਂਜੀ ਚੌਧਰੀ ਸਾਹਿਬ, ਤੁਸੀਂ ਦੱਸੋ ਹਾਂ ਕੋਈ ਆਪਣੇ ਤਜਰਬਾ ਪਿਛਲੇ ਸਾਲਾਂ ਨਾਲੋਂ ਐਰਕਾਂ ਕੀ ਫਰਕ ਆ? ਪਿਛਲੇ ਸਾਲਾਂ ਨੂੰ ਇਹ ਫਰਕ ਜੀ ਐਰਕਾਂ ਵੀ ਮਾਲ ਬਹੁਤ ਵਧੀਆ ਤੁਲਿਆ ਵਾ। ਬਾਰਦਾਨਾ ਮੈਡਮ ਨੇ ਬਹੁਤ ਪਹੁੰਚਾਇਆ ਸਾਡੇ ਇਹਨੂੰ ਕੋਲ। ਮੂੰਹ ਕਰ ਲਓ ਜੀ ਥੋੜਾ ਜਿਹਾ। ਹਾਂਜੀ, ਬਹੁਤ ਜ਼ਿਆਦਾ ਬਾਰਦਾਨਾ ਨੂੰ ਪਹੁੰਚਾਇਆ ਵਾ। ਮਾਲ ਸਾਡੇ ਨਾਲ ਲਿਫਟ ਹੁੰਦਾ ਗਿਆ। ਅੱਛਾ ਹੈਗਾ ਹੁਣ ਸਾਡੇ ਕੋਲ ਸਾਡੇ ਪੂਰੀ ਹੈਗੀ 22,000 ਤੁਲੀ, ਅੱਛਾ ਜੀ, ਉਹ ਤੋਂ 2,000 ਹੈਗੀ, 20,000 ਸਾਡੀ ਲਿਫਟ ਹੋ ਗਈ। ਅੱਛਾ। ਤੇ ਇਹ ਜਿਹੜੀ ਆ ਬਲ ਇਹ ਬਾਰਦਾਨਾ ਤੇ ਇਹ ਵੀ ਭਰਿਆ ਹੀ ਪਿਆ ਵਾ? ਅਜੇ ਵੀ ਆਵੇਂ ਗੱਡੀਆਂ ਆਉਂਦੀਆਂ ਵਾ, ਚੁੱਕ ਕੇ ਲੈ ਜਲੀ। ਅੱਛਾ, ਤੇ ਬਾਕੀ ਹੁਣ ਤੇ ਕਣਕ ਦਾ ਕੰਮ ਕਿਸ ਤਰ੍ਹਾਂ? ਹੁਣ ਕਣਕ ਹੁਣ ਆ ਰਹੀ ਆ ਕਿ ਜਾਂ ਬੰਦ ਹੋ ਗਈ? ਸੀਜ਼ਨ ਨਿੱਕਾ ਨਹੀਂ ਹੋ ਗਿਆ ਅੱਗੇ ਨਾਲੋਂ? ਕਿਉਂਕਿ ਅੱਗੇ ਤਾਂ ਹੁੰਦਾ ਸੀ ਉਹ ਮੰਡੀਆਂ 'ਚ ਹੀ ਦੜਾ ਲੱਗਾ ਰਹਿਣਾ ਤੇ ਜ਼ਿਮੀਂਦਾਰਾਂ ਰੋਕਣਾ ਪੈਂਦਾ ਹੁੰਦਾ ਸੀ ਕਿ ਨਹੀਂ? ਰੁਕਣਾ ਪੈਂਦਾ ਕਿ ਬਾਰਦਾਨਾ ਕੋਈ ਨਹੀਂ ਹੁੰਦਾ, ਕੋਈ ਰਹੇਗਾ ਹੁਣ ਤਾਂ ਬਾਰਦਾਨਾ ਹੁੰਦਾ ਵਧੀ ਰਿਹਾ ਕੋਈ। ਅੱਛਾ। ਤੇ ਚਲੋ ਪੇਮੈਂਟਾਂ ਦਾ ਵੀ ਤੁਹਾਨੂੰ ਹੋਏਗਾ ਹਿਸਾਬ ਕਿਤਾਬ ਕਿਸ ਤਰ੍ਹਾਂ ਨਾਲ ਦੀ ਨਾਲ ਹੁੰਦੀ ਆ ਕਿ ਜਾਂ ਰੁਕਦੀ ਆ? ਪੇਮੈਂਟਾਂ ਦਿੰਦੇ ਆ ਨੂੰ ਬਾਰੇ ਉਹ ਆੜਤੀ ਦਾ ਦੱਸਣਗੇ ਕਿ ਤੁਹਾਡੇ ਜਿਹੜੇ ਆ ਇਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਚੱਲ। ਹਾਂਜੀ, ਇੱਥੇ ਜਾਪਦੇ ਆ ਕਿ ਆ ਕੋਈ ਕਿਸਾਨ ਵੀਰ ਵੀ ਆ ਰਹੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ। ਹਾਂਜੀ ਵੀਰ ਜੀ, ਤੁਸੀਂ ਵੀ ਇੱਥੇ ਕਿਸਾਨ ਜੇ ਤੁਸੀਂ? ਹਾਂਜੀ ਹਾਂਜੀ ਵੀਰ ਜੀ। ਕਣਕ ਤੁਸੀਂ ਵੀ ਲਿਆਂਦੀ ਇੱਥੇ? ਹਾਂਜੀ ਹਾਂਜੀ ਵੀਰ ਜੀ। ਤੇ ਕੀ ਤੁਹਾਨੂੰ ਇਸ ਵਾਰੀ ਜਦੋਂ ਤੁਸੀਂ ਕਣਕ ਲੈ ਕੇ ਆਏ ਜੇ ਹਾਂਜੀ। ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ? ਨਹੀਂ ਵੀਰ ਜੀ, ਕੋਈ ਮੁਸ਼ਕਲ ਦਾ ਨਹੀਂ ਸਾਹਮਣਾ ਕਰਨਾ। ਜਿਹੜੀ ਕਣਕ ਜਦੋਂ ਲੈ ਕੇ ਆਉਂਦੇ ਉਦੋਂ ਤੁਹਾਨੂੰ ਇੱਥੇ ਕਿੰਨਾ ਬੈਠ ਕੇ ਤੇ ਕਿੰਨਾ ਚਿਰ ਤੁਲਾਈ ਦੇ ਹੁੰਦਾ ਰਿਹਾ ਕਿ ਰਾਤ ਕੱਟਣੀ ਪਈ ਕਿਉਂਕਿ ਨਾਲ ਦੀ ਨਾਲ ਨਾ ਵੀ ਜੀ ਛੇਤੀ ਆਪਣਾ ਜਦੋਂ ਆਉਨੇ ਆ ਥੋੜੇ ਚਿਰ ਪੱਖਾ ਲਾ ਕੇ ਸਾਨੂੰ ਤੋਲ ਕਰਕੇ ਸਾਨੂੰ ਘਰ ਭੇਜਦੇ ਰਹੇ।
ਤੇ ਅੱਜ ਕਣਕ ਦਾ ਤੇ ਵੈਸੇ ਸੀਜ਼ਨ ਖਤਮ ਹੋ ਗਿਆ ਤੇ ਤੁਸੀਂ ਮੰਡੀ ਕੀ ਲੈਣ ਆਏ ਜੀ? ਮੈਂ ਵੀਰ ਜੀ ਆਪਣਾ ਆੜਤੀਆ ਸਾਹਿਬ ਨੂੰ ਮਿਲਣ ਆਇਆ ਸੀ ਅੱਛਾ ਜੀ। ਤੇ ਕੁਝ ਆਪਣਾ ਹੈਗਾ ਸੀ ਇਹਨਾਂ ਨੂੰ ਮਤਲਬ ਸਾਫ ਸੂਫ ਕਰਨ ਵਾਲਾ ਜਾਂ ਉੱਦਾਂ ਮਤਲਬ ਇਹਨਾਂ ਨੂੰ ਮਿਲਣਾ ਹੈ। ਆੜਤੀਆ ਸਾਹਿਬ ਤੇ ਦਫ਼ਤਰ ਹੋਣਗੇ? ਨਹੀਂ ਜੀ, ਇੱਥੇ ਪਤਾ ਲੱਗਾ ਸੀ ਵੀ ਮੰਡੀ 'ਚ ਹੈ। ਅੱਛਾ ਹਾਂ, ਅੱਛਾ ਆਪਣਾ ਕੋਈ ਕਣਕ ਦੇ ਬਾਰੇ ਆਏ ਵੀ ਇਹ ਆਪਣਾ ਦੇਖਣ ਆਏ ਸੀ ਇਸ ਮੰਡੀ ਦੇ ਵਿੱਚ। ਅੱਛਾ ਜੀ। ਹਾਂਜੀ ਤੇ ਜਦੋਂ ਪਿਛਲੀ ਵਾਰ ਵੇਖਣਾ ਪੈਂਦਾ ਸੀ ਕਿ ਕਈ ਵਾਰ ਸਾਨੂੰ ਰਾਤਾਂ ਝਾਕੜੀਆਂ ਪੈਂਦੀਆਂ ਸੀ, ਹਾਂਜੀ ਹਾਂਜੀ। ਕਿ ਇਸ ਵਾਰੀ ਵੀ ਇੰਜ ਦੀ ਕਿਸੇ ਕਿਸਾਨ ਨੂੰ ਆਈ ਮੁਸ਼ਕਲ ਕਿ ਜਾਂ ਸਿਰਫ ਤੁਹਾਨੂੰ ਸਹੂਲਤ ਰਹੀ, ਹੋਰ ਕਿਸੇ ਨੂੰ ਮੁਸ਼ਕਲ ਆਉਂਦੀ ਹੋਵੇ? ਨਹੀਂ ਵੀਰ ਜੀ, ਬਹੁਤ ਵਧੀਆ ਰਿਹਾ ਕਣਕ। ਅੱਛਾ। ਸਭ ਵਧੀਆ ਰਿਹਾ, ਕਣਕ ਟਾਈਮ ਨਾਲ ਤੁਲਦੀ ਰਹੀ ਹੈ, ਕੋਈ ਕਣਕ ਮੁਸ਼ਕਲ ਨਹੀਂ। ਠੀਕ ਹੈ ਜੀ। ਤੇ ਪੇਮੈਂਟ ਕਿਸ ਤਰ੍ਹਾਂ ਨਾਲ ਦੀ ਨਾਲ ਹੋਈ ਕਿ ਪੇਮੈਂਟ ਦੀ ਹਾਂਜੀ ਕੋਈ ਨਹੀਂ, ਮੁਸ਼ਕਲ? ਪੇਮੈਂਟ ਵੀਰ ਜੀ ਬਹੁਤ ਵਧੀਆ ਰਹੀ। ਹਾਂਜੀ, ਜਿਸ ਤਰ੍ਹਾਂ ਇਹ ਇੱਕ ਕਿਸਾਨ ਵੀਰ ਮਿਲਿਆ ਤੇ ਇਹਨਾਂ ਨੇ ਦੱਸਿਆ ਕਿ ਇਸ ਵਾਰੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ, ਨਾਲ ਦੀ ਨਾਲ ਜਿਹੜੀ ਕਣਕ ਤੁੱਲੀ ਆ, ਨਾਲ ਦੀ ਨਾਲ ਹੀ ਜਿਹੜੀ ਪੇਮੈਂਟ ਹੋਈ ਆ। ਸੋ ਵਾਕਿਆ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੂਜੀਆਂ ਸਰਕਾਰਾਂ ਦੇ ਵਿੱਚ ਜਿਹੜਾ ਉਹ ਅੰਤਰ ਆ ਸਾਨੂੰ ਪ੍ਰਤੱਖ ਨਜ਼ਰ ਆ ਰਿਹਾ। ਬਾਕੀ ਅਜੇ ਥੋੜਾ ਸਮਾਂ ਹੋਇਆ ਵਾ, ਇਹ ਸਮੇਂ ਦੇ ਨਾਲ ਦੇਖਦੇ ਆ ਕਿ ਇਹ ਸਰਕਾਰ ਦੂਜੀਆਂ ਸਰਕਾਰਾਂ ਵਰਗੀ ਚੱਲਦੀ ਆ ਕਿ ਜਾਂ ਇਹਦੇ ਵਿੱਚ ਕੋਈ ਅੰਤਰ ਰਹਿੰਦਾ ਵਾ। ਸੋ ਅਜੇ ਤਾਂ ਨਵੀਂ ਸਰਕਾਰ ਤੇ ਨਵੇਂ ਕੰਮ ਤੇ ਸਮੇਂ ਤੋਂ ਬਾਅਦ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਇਹ ਸਰਕਾਰ ਚੱਲਦੀ ਹੈ। ਪਬਲਿਕ ਪ੍ਰਾਈਮ ਟੀਵੀ ਤੋਂ ਮੈਂ ਗੁਰਮੇਸ਼ ਸਿੰਘ ਸੈਦੁਲੀਲ, ਧੰਨਵਾਦ। ਕਰਨ ਤੋਂ ਬਾਅਦ ਮੰਡੀ ਦਾ ਸਾਰਾ ਚੱਕਰ ਲਾ ਕੇ ਦੇਖਿਆ ਕਿ ਉੱਥੇ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਉਹ ਕੋਈ ਰਸ ਨਹੀਂਗਾ। ਕਣਕ ਜਿਹੜੀ ਨਾਲ ਦੀ ਨਾਲ ਹੀ ਚੁੱਕੀ ਗਈ ਆ, ਨਾਲ ਦੀ ਨਾਲ ਹੀ ਜਿਹੜਾ ਵਾ ਜ਼ਿਮੀਂਦਾਰ ਆਉਂਦਾ ਰਿਹਾ ਤੇ ਆਪਣੇ ਜਿਹੜਾ ਉਹ ਕਣਕ ਦੇ ਕੇ ਘਰਾਂ ਦੇ ਵਿੱਚ ਵਾਪਸ ਚਲਾ ਜਾਂਦਾ ਰਿਹਾ। ਸੋ ਹੁਣ ਪਹੁੰਚੇ ਸੀ ਸਾਡੇ ਸਰਕਾਰ ਦੇ ਖਿਆਲਪੁਰ ਸਾਹਿਬ ਨੇ ਕੁਲਵਿੰਦਰ ਸਿੰਘ ਜੀ ਮਾਨ ਤੋਂ, ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਕੀ ਵਾਕਿਆ ਹੀ ਜਦੋਂ ਇਹਨਾਂ ਕੋਲ ਅੱਗੇ ਆਈਦਾ ਸੀ ਤੇ ਰਾਤਾਂ ਝਾਕਣੀਆਂ ਪੈਂਦੀਆਂ ਸੀ, ਪੈਸਿਆਂ ਵਾਸਤੇ ਕਈ ਦਿਨ ਚੱਕਰ ਮਾਰਨੇ ਪੈਂਦੇ, ਤੇ ਇਸ ਵਾਰੀ ਜਿਹੜਾ ਵਾ ਉਹ ਜ਼ਿਮੀਂਦਾਰਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਮਤਲਬ ਦੇਖਿਆ ਤੇ ਕਿਸ ਤਰ੍ਹਾਂ ਤੋਰਿਆ। ਸੋ ਗੱਲ ਕਰਦੇ ਹਾਂ ਜੀ ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਬਲਿਕ ਪ੍ਰਾਈਮ ਟੀਵੀ ਤੋਂ ਮੈਂ ਤੁਹਾਡਾ ਬਹੁਤ ਇੱਥੇ ਜੀ ਆਇਆਂ ਆਖਦਾ ਜੀ ਤੁਹਾਨੂੰ। ਤੁਸੀਂ ਸਾਡੇ ਕੁਹਾਲਾ ਮੰਡੀ ਦਾ ਦੌਰਾ ਕੀਤਾ, ਜਾ ਕੇ ਸਿਚੁਏਸ਼ਨ ਵੇਖੀ ਮੰਡੀ ਦੀ। ਤੇ ਸਰ ਇਸ ਤਰ੍ਹਾਂ ਹੈ ਕਿ ਬਦਲਾਵ ਬਿਲਕੁਲ ਆਇਆ ਇਸ ਵਾਰ, ਕਿ ਇਸ ਵਾਰ ਸਾਡੇ ਕੁਹਾਲਾ ਮੰਡੀ ਦੇ ਵਿੱਚ ਪੰਜਾਬ ਸਟੇਟ ਵੇਅਰ ਹਾਊਸ ਏਜੰਸੀ ਦੀ ਪਰਚੇਜ ਸੀਗੀ ਜੀ। ਉੱਥੋਂ ਮੈਡਮ ਸ਼੍ਰੀਮਤੀ ਹਰਜੀਤ ਕੌਰ ਜੀ ਦੀ ਇੱਥੇ ਪਰਚੇਜ ਤੇ ਡਿਊਟੀ ਸੀਗੀ ਜੀ, ਔਰ ਉਹਨਾਂ ਨੇ ਬਾਖੂਬੀ ਬਹੁਤ ਆਪਣੀ ਡਿਊਟੀ ਇੱਕ ਤਨਦੇਹੀ ਨਾਲ ਨਿਭਾਈ ਆ। ਸਿੰਸੀਅਰ ਲੇਡੀ ਸੀ, ਬੜੇ ਵਧੀਆ ਸਾਨੂੰ ਪਰਚੇਜ ਇੰਸਪੈਕਟਰ ਮਿਲੇ। ਉਹਨਾਂ ਨੇ ਇੱਕ ਦਿਨ ਵੀ ਸਾਨੂੰ ਕਿਸੇ ਬਾਰਦਾਨੇ ਦੀ ਸ਼ਾਰਟੇਜ ਨਹੀਂ ਆਉਣ ਦਿੱਤੀ, ਕਿਸੇ ਪਰਚੇਜ ਦਾ ਸਾਨੂੰ ਕੋਈ ਮੁਸ਼ਕਲ ਨਹੀਂ ਹੋਈ। ਜਿੰਨਾ ਵੀ ਜ਼ਿਮੀਂਦਾਰ ਜਿਹੜੇ ਦਿਨ ਆਇਆ ਆ ਉਸੇ ਦਿਨ ਉਹ ਆਪਣਾ ਵੀਟ ਜਿਹੜਾ ਆ ਉਹਨੂੰ ਕਲੀਨ ਕਰਵਾ ਕੇ ਬੋਰੀਆਂ 'ਚ ਪਾ ਕੇ ਉਸੇ ਦਿਨ ਹੀ ਗਿਆ। ਕਿਸੇ ਜ਼ਿਮੀਂਦਾਰ ਨੂੰ ਰਾਤ ਨਹੀਂ ਰਹਿਣਾ ਪਿਆ। ਪਲੱਸ ਜੇ ਕਹੀਏ ਤੇ ਮਤਲਬ ਇਸ ਵਾਰ ਬਦਲਾਵ ਦੂਸਰਾ ਹੈ ਕਿ ਜਦੋਂ ਵੀ ਜ਼ਿਮੀਂਦਾਰ ਆਪਣੀ ਜਿਣਸ ਤੋਲ ਕੇ ਗਿਆ ਵਾ, ਉਹਨੂੰ ਤਕਰੀਬਨ ਦੂਸਰੇ ਜਾਂ ਤੀਸਰੇ ਦਿਨ ਉਹਦੀ ਪੇਮੈਂਟ ਵੀ ਉਹਦੇ ਅਕਾਊਂਟ 'ਚ ਜਾਂਦੀ ਗਈ ਆ। ਇਹ ਡਿਪਾਰਟਮੈਂਟ ਦੀ ਆਪਾਂ ਬਹੁਤ ਵਧੀਆ ਕਾਰਗੁਜ਼ਾਰੀ ਮੰਨਾਂਗੇ ਕਿ ਪਹਿਲਾਂ ਕਿਸੇ ਦਿਨ 10-10 ਜਾਂ 15-15 ਦਿਨ ਪੇਮੈਂਟਾਂ ਵੀ ਲੇਟ ਹੋ ਜਾਂਦੀਆਂ ਸੀਗੀਆਂ ਜੀ, ਪਰ ਇਸ ਵਾਰ ਵੇਅਰ ਹਾਊਸ ਏਜੰਸੀ ਦੇ ਇੰਸਪੈਕਟਰ ਸਾਹਿਬਾਨ ਨੇ ਤੇ ਹੋਰ ਜੋ ਉਹਨਾਂ ਦਾ ਅਕਾਊਂਟ ਦਾ ਸਟਾਫ ਆ, ਉਹਨੇ ਪੇਮੈਂਟ ਦੀ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਕਿ ਹਰ ਇੱਕ ਜ਼ਿਮੀਂਦਾਰ ਨੇ ਤਕਰੀਬਨ ਤੀਸਰੇ ਜਾਂ ਚੌਥੇ ਦਿਨ ਉਹਦੇ ਅਕਾਊਂਟ 'ਚ ਪੇਮੈਂਟ ਆਉਂਦੀ ਰਹੀ ਹੈ। ਸਰ ਇਹ ਜਿਹੜੀ ਏਜੰਸੀ ਸਿਰਫ ਇਹਦੀ ਕਾਰਗੁਜ਼ਾਰੀ ਹੈ ਕਿ ਜਾਂ ਕੋਈ ਸਰਕਾਰ ਦਾ ਵੀ ਇਹਦੇ ਵਿੱਚ ਰੋਲ ਹੈ? ਇਹ ਜੀ ਸਰਕਾਰ ਦੀਆਂ ਹਦਾਇਤਾਂ ਨੇ ਇਹਨਾਂ ਨੂੰ ਕਿ ਜ਼ਿਮੀਂਦਾਰ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਜਿਹੜੀ ਹੈ ਉਹ ਨਹੀਂ ਆਉਣੀ ਚਾਹੀਦੀ। ਸਾਨੂੰ ਵੀ ਸਖਤ ਹਦਾਇਤਾਂ ਮਾਰਕੀਟ ਕਮੇਟੀ ਸਰਕਾਰ ਦੀਆਂ ਕਿ ਕਿਸੇ ਕਿਸਮ ਦੀ ਮੁਸ਼ਕਲ ਜਿਹੜੀ ਹੈ ਜ਼ਿਮੀਂਦਾਰ ਨੂੰ ਨਹੀਂ ਆਉਣੀ ਚਾਹੀਦੀ। ਮਾਰਕੀਟ ਕਮੇਟੀ ਨੇ ਵੀ ਬਾਖੂਬੀ ਇੱਥੇ ਜ਼ਿਮੀਂਦਾਰਾਂ ਦੇ ਲਈ ਛਾਂ ਦਾ ਪ੍ਰਬੰਧ ਕੀਤਾ ਔਰ ਉਹਨਾਂ ਦੇ ਪਾਣੀ ਪੀਣ ਦਾ, ਠੰਡੇ ਪਾਣੀ ਦੀ ਛਬੀਲ ਦਾ ਪ੍ਰਬੰਧ ਕੀਤਾ ਤੇ ਕਿਸੇ ਵੀ ਜ਼ਿਮੀਂਦਾਰ ਨੂੰ ਮਤਲਬ ਮਾਰਕੀਟ ਕਮੇਟੀ ਮਹਿਕਮੇ ਵੱਲੋਂ ਜਾਂ ਏਜੰਸੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ। ਇਹ ਸਰਕਾਰ ਵੱਲੋਂ ਵੀ ਆ ਔਰ ਏਜੰਸੀ ਵੀ ਸਾਨੂੰ ਬਹੁਤ ਵਧੀਆ ਕੰਮ ਮਿਲੀ ਕਿ ਜਿੰਨੀ ਕੋਈ ਮੁਸ਼ਕਲ ਨਹੀਂ ਹੋਣ ਦਿੱਤੀ। ਸਰ ਠੀਕ ਆ ਕਿ ਕੁਹਾੜਾ ਮੰਡੀ ਦੇ ਵਿੱਚ ਜਿਹੜੀ ਸਿਚੁਏਸ਼ਨ ਦੇਖੀ ਆ ਬਹੁਤ ਵਧੀਆ, ਕਿ ਸਿਰਫ ਕੁਹਾੜਾ ਮੰਡੀ ਦਾ ਹੀ ਹਾਲ ਆ ਕਿ ਜਾਂ ਹੋਰਨਾਂ ਮੰਡੀਆਂ ਦੇ ਵਿੱਚ ਵੀ ਇੰਝ ਹੀ ਲੋਕਾਂ ਨੂੰ ਜਿਹੜੀ ਸੁੱਖ ਸਹੂਲਤ ਮਿਲੀ ਹੈ? ਸਰ ਇਸ ਤਰ੍ਹਾਂ ਆ ਕਿ
ਤਕਰੀਬਨ ਮੰਡੀਆਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਜਦੋਂ ਵੀ ਆਇਆ ਵਾ ਉਹਦੀ ਕਣਕ ਕਲੀਨ ਕਰਕੇ ਤੇ ਬੋਰੀਆਂ ਦੇ ਵਿੱਚ ਪਾ ਕੇ ਉਸੇ ਦਿਨ ਹੀ ਉਹਨੂੰ ਤਕਰੀਬਨ ਭੇਜਿਆ ਗਿਆ ਵਾ। ਕਿਸੇ ਕਾਰਨ ਹੋ ਸਕਦਾ ਕਿ ਕਿਸੇ ਮੰਡੀ ਦੇ ਵਿੱਚ ਬਾਰਦਾਨੇ ਦੀ 1-2 ਦਿਨ ਤੱਕ ਸ਼ਾਰਟੇਜ ਆਈ ਹੋਵੇ। ਐਰਕਾਂ ਵੈਸੇ ਸੁਣਿਆ ਨਹੀਂ ਕਿ ਕਿਸੇ ਮੰਡੀ ਦੇ ਵਿੱਚ ਕੋਈ ਸ਼ਾਰਟੇਜ ਆਈ ਆ, ਕਿਉਂਕਿ ਸਾਡੀ ਮੰਡੀ 'ਚ ਤੇ ਬਿਲਕੁਲ ਨਹੀਂ ਆਈ। ਜਦੋਂ ਵੀ ਅਸੀਂ ਸ਼੍ਰੀਮਤੀ ਹਰਜੀਤ ਕੌਰ ਜੀ ਨੂੰ ਡਿਮਾਂਡ ਕੀਤੀ ਆ ਕਿ ਸਾਡੀ ਮੰਡੀ ਦੇ ਵਿੱਚ ਇੰਨਾ ਬਾਰਦਾਨਾ ਚਾਹੀਦਾ ਵਾ, ਉਹਨਾਂ ਨੇ ਉਸੇ ਦਿਨ ਹੀ ਸਾਨੂੰ ਬਾਰਦਾਨਾ ਪ੍ਰੋਵਾਈਡ ਕਰਵਾਇਆ ਤੇ ਪਰਚੇਜ ਤੋਂ ਵੀ ਸਾਨੂੰ ਕੋਈ ਮੁਸ਼ਕਲ ਨਹੀਂ ਆਈ। ਜਿਹੜੀਆਂ ਢੇਰੀਆਂ ਕਲੀਨ ਹੁੰਦੀਆਂ ਸੀ, ਪੱਖਾ ਲੱਗਾ ਹੁੰਦਾ ਸੀ, ਉਹ ਆ ਕੇ ਪਰਚੇਜ ਕਰਦੇ ਸੀਗੇ। ਤੇ ਮੇਰਾ ਖਿਆਲ ਹੈ ਕਿ ਬਹੁਤ ਫਰਕ ਆਪਾਂ ਕਹਿ ਸਕਦੇ ਹਾਂ ਪਿਛਲੀਆਂ ਸਮਿਆਂ ਨਾਲੋਂ, ਤੇ ਬਹੁਤ ਵਧੀਆ ਪਰਚੇਜ ਹੋਈ ਆ। ਪੇਮੈਂਟ ਜ਼ਿਮੀਂਦਾਰਾਂ ਦੇ ਟਾਈਮ ਨਾਲ ਖਾਤੇ 'ਚ ਗਈ ਹੈ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਿਸਾਨਾਂ ਦੇ ਹਿੱਤ ਦੀ ਸਰਕਾਰ ਆ, ਕਿਸਾਨਾਂ ਵਾਸਤੇ ਵਧੀਆ ਰਹੇਗੀ। ਇਹ ਜੀ ਸਾਰੇ ਹੀ ਮੇਰਾ ਖਿਆਲ ਹੈ ਕਿ ਸਮੁਦਾਇਆਂ ਵਾਸਤੇ, ਸਾਰੇ ਹੀ ਡਿਪਾਰਟਮੈਂਟ ਵਾਸਤੇ ਜਿਹੜੀ ਆ ਸਰਕਾਰ ਵਧੀਆ ਰਹੂਗੀ, ਕਿਉਂਕਿ ਜੇ ਸਰਕਾਰ ਦੀ ਕਾਰਗੁਜ਼ਾਰੀ ਆਪਾਂ ਵਧੀਆ ਲੈਣੀ ਆ ਤੇ ਮੇਰਾ ਖਿਆਲ ਹੈ ਕਿ ਸਾਨੂੰ ਸਮਾਜ ਤੋਂ ਚੱਲਣਾ ਪਊਗਾ, ਕਿ ਸਾਨੂੰ ਵੀ ਥੋੜ੍ਹਾ ਸੁਧਾਰ ਕਰਨਾ ਪਊਗਾ। ਇਸ ਵਾਰ ਸੁਧਾਰ ਅਸੀਂ ਇਹ ਵੇਖਣ ਡਏ ਆ ਕਿ ਕਿਸੇ ਡਿਪਾਰਟਮੈਂਟ ਨੇ ਕੋਈ ਵੀ ਰਿਸ਼ਵਤਖੋਰੀ ਦਾ ਕੋਈ ਪੈਸਾ ਨਹੀਂ ਕਿਸੇ ਕੋਲ ਡਿਮਾਂਡ ਕੀਤਾ ਤੇ ਬਹੁਤ ਵਧੀਆ ਮਤਲਬ ਕਿ ਪ੍ਰਬੰਧ ਸਾਰਾ ਮੰਡੀਆਂ ਦਾ ਚੱਲਿਆ। ਇੱਥੇ ਜਦੋਂ ਸ਼ੁਰੂਆਤ ਕੀਤੀ ਸੀ ਤੇ ਸਰਦਾਰ ਹਰਭਜਨ ਸਿੰਘ ਈਟੀਓ ਸਾਹਿਬ ਮੰਡੀ ਦਾ ਪਹਿਲੀ ਢੇਰੀ ਦਾ ਉਦਘਾਟਨ ਕਰਕੇ ਗਏ ਸੀਗੇ, ਔਰ ਅੱਵਲ ਤਾਂ ਸਾਨੂੰ ਇਸ ਸਾਰੇ ਸੀਜ਼ਨ 'ਚ ਕੋਈ ਮੁਸ਼ਕਲ ਆਈ ਨਹੀਂ। ਜੇ ਕੋਈ ਇੱਕਾ ਦੁੱਕਾ ਮੁਸ਼ਕਲ ਆਈ ਆ ਤੇ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ ਤੇ ਸਾਡੀ ਮੁਸ਼ਕਲ ਦਾ ਉਸੇ ਵੇਲੇ ਹੱਲ ਕਰਵਾਇਆ ਉਹਨਾਂ ਨੇ। ਜੰਡਿਆਲੇ ਹਲਕੇ ਦੀਆਂ ਤਕਰੀਬਨ ਸਾਰੀਆਂ ਮੰਡੀਆਂ ਜਿਹੜੀਆਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ 'ਚ ਪਰਚੇਜ ਹੋਈ ਆ। ਹੁਣ ਮੇਰੀ 22,000 ਬੈਗ ਪਰਚੇਜ ਹੋਈ ਆ, ਜਿਹਦੇ ਵਿੱਚੋਂ 20,500 ਜਿਹੜੀ ਆ ਉਹ ਬੈਗ ਚੁੱਕਿਆ ਗਿਆ ਤੇ ਤਕਰੀਬਨ 1500 ਬੋਰੀ ਜਿਹੜੀ ਬੈਲੈਂਸ ਪਈ ਆ। ਉਹ ਵੀ ਤੁਸੀਂ ਮੰਡੀ 'ਚ ਵੇਖ ਕੇ ਆਏ ਹੋ, ਸ਼ਾਇਦ ਕਿ ਗੱਡੀਆਂ ਆ ਰਹੀਆਂ, ਮੰਡੀ ਲੱਗੀ ਤੇ ਗੱਡੀਆਂ ਆ ਰਹੀਆਂ ਤੇ ਮੇਰਾ ਖਿਆਲ ਅੱਜ ਜਾਂ ਕੱਲ ਤੱਕ ਉਹ ਜਿਹੜੀ ਸਾਰੀ ਲਿਫਟ ਹੋ ਜਾਣੀ ਹੈ। ਮਤਲਬ ਇਸ ਤਰ੍ਹਾਂ ਸਾਡੀ ਲੇਬਰ ਵੀ ਇਸ ਵਾਰ ਇੰਨੀ ਖੁਸ਼ ਆ ਕਿ ਨਹੀਂ ਤੇ ਅੱਗੇ 2-2 ਮਹੀਨੇ ਚੱਕੇ ਲਾ ਕੇ ਉਹ ਵਿਚਾਰੇ ਤੇ ਉਹਨਾਂ ਦੀ ਰਾਖੀ ਕਰਦੇ ਰਹਿੰਦੇ ਸੀਗੇ। ਕਿਸੇ ਵੇਲੇ ਇੱਥੇ ਲੁੱਟਾਂ ਖੋਹਾਂ ਵੀ ਹੁੰਦੀਆਂ ਸੀ, ਲੋਕ ਦਾਤਰ ਵਿਖਾ ਕੇ ਕੁਝ ਚੋਰੀਆਂ ਵੀ ਕਰਕੇ ਲੈ ਜਾਂਦੇ ਸੀ ਬੋਰੀਆਂ ਜਿਹੜੀਆਂ ਕਣਕ ਦੀਆਂ। ਪਰ ਇਸ ਵਾਰ ਜਿਹੜਾ ਵਾ ਨਾਲ ਦੀ ਨਾਲ ਚੁਕਾਈ ਹੋ ਗਈ ਤੇ ਮਤਲਬ ਸਾਰਾ ਪ੍ਰਬੰਧ ਜਿਹੜਾ ਵਾ ਸਾਨੂੰ ਬਹੁਤ ਵਧੀਆ ਲੱਗਾ। ਤੁਸੀਂ ਇੱਕ ਗੱਲ ਕੀਤੀ ਹੈ ਕਿ ਪਿਛਲੇ ਵਾਰ ਕਈ ਵਾਰ ਸਾਨੂੰ ਕੁਝ ਰਿਸ਼ਵਤਖੋਰੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਕਿੱਥੇ ਘੁੰਡੀ ਲੁਕੀ ਹੁੰਦੀ ਹੈ ਜੀ? ਉਹ ਕਿੱਥੇ ਵੀ ਜਾ ਕੇ ਜਦੋਂ ਰਿਸ਼ਵਤ ਦਾ ਕੰਮ ਆਉਂਦਾ ਤੁਹਾਨੂੰ ਕਰਨੀ ਪੈਂਦੀ ਹੈ, ਮੁਸ਼ਕਲ ਹੁੰਦੀ? ਇਹ ਜੀ ਮਤਲਬ ਕੋਈ ਵੀ ਕੰਮ ਆ ਨਾ, ਜੇ ਵੇਖੋ ਇਸ ਆਖਰਕਾਰ ਸਰਕਾਰ ਤੇ ਆਉਂਦਾ ਹੈ। ਮਤਲਬ ਜੇ ਉੱਤੇ ਤੁਹਾਡੇ MLA ਜਾਂ ਤੁਹਾਡੇ ਮੰਤਰੀ ਤੁਹਾਡੇ ਕੋਲ ਡਿਮਾਂਡ ਕਰਨਗੇ, ਤੁਹਾਡੇ ਕਿਸੇ ਵੀ ਡਿਪਾਰਟਮੈਂਟ ਕੋ ਮਾਲ ਮਹਿਕਮਾ ਆ, ਕੋਈ ਨਹਿਰੀ ਮਹਿਕਮਾ ਆ ਜਾਂ ਖਰੀਦ ਏਜੰਸੀਆਂ ਦਾ ਮਹਿਕਮਾ ਆ, ਜਦੋਂ ਉੱਪਰ ਤੱਕ ਰਿਸ਼ਵਤਖੋਰੀ ਚੱਲੂਗੀ ਤੇ ਥੱਲੜੇ ਲੈਵਲ ਤੇ ਵੀ ਡਿਮਾਂਡ ਹੋਊਗੀ। ਬਾਕੀ ਇਹ ਹੈ ਕਿ ਜੇ ਆਪਾਂ ਸੁਧਾਰ ਕਰਨਾ ਤਾਂ ਸਾਨੂੰ ਥੋੜਾ ਸਮਾਜ ਨੂੰ ਵੀ ਸਾਥ ਦੇਣਾ ਪਊਗਾ। ਦੇਖੋ ਇਕੱਲੇ ਭਗਵੰਤ ਮਾਨ ਜੀ ਜਾਂ ਮੰਤਰੀ ਈਟੀਓ ਸਾਹਿਬ ਜਾਂ ਕੋਈ ਵੀ MLA ਇਕੱਲਾ ਕੁਝ ਨਹੀਂ ਕਰ ਸਕਦਾ। ਉਹਦੇ ਲਈ ਸਾਨੂੰ ਸਾਥ ਦੇਣਾ ਪਊਗਾ, ਸਮਾਜ ਨੂੰ ਸਾਥ ਦੇਣਾ ਪਊਗਾ। ਕੁਝ ਸਾਡੇ 'ਚ ਵਿਗਾੜ ਹੈਗੇ ਆ, ਆਪਾਂ ਨੂੰ ਵੀ ਉਹਨਾਂ ਦਾ ਸੁਧਾਰ ਕਰਕੇ ਤੇ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ। ਅੱਛਾ, ਇਹ ਦੇਖਣ 'ਚ ਆਉਂਦਾ ਵਾ ਕਿ ਕਈ ਵਾਰ ਨਾ ਲੋਕ ਕੋਈ ਨਿੱਕੀ ਜਿਹੀ ਸਰਕਾਰ ਦੀ ਗੱਲ ਹੁੰਦੀ, ਇਹਨੂੰ ਬੜਾ ਵਧਾ ਚੜਾ ਕੇ ਵਿਰੋਧੀ ਪਾਰਟੀਆਂ ਇਹ ਜੀ ਸਰਕਾਰ ਫੇਲ, ਜਦੋਂ ਕਿ ਉਹ ਗਲਤੀਆਂ ਤਾਂ ਸਾਡੀ ਅਸਲ ਪਬਲਿਕ ਦੇ ਵਿੱਚੋਂ ਹੀ ਉੱਭਰ ਕੇ ਸਾਹਮਣੇ ਆਉਂਦੀ ਆ ਤੇ ਆਪਾਂ ਜਿਹੜਾ ਦੋਸ਼ੀ ਜਿਹੜਾ ਸਰਕਾਰ ਨੂੰ ਮੰਨਣ ਲੱਗ ਜਾਂਦੇ ਆ। ਬਜਾਏ ਆ ਸਰ ਕਿ ਦੇਖੋ ਸਰਕਾਰ ਨੂੰ ਦੋਸ਼ ਦੇਣਾ ਬੜਾ ਸੌਖਾ ਆ। ਅੱਜ ਦੀ ਸਰਕਾਰ ਨੂੰ ਵੀ ਪਹਿਲੀਆਂ ਸਰਕਾਰਾਂ ਨੂੰ ਵੀ ਅਸੀਂ ਦੋਸ਼ ਦਿੰਦੇ ਰਹੇ ਹਾਂ, ਪਰ ਮੈਂ ਉਹ ਫਿਰ ਕਹਿਣਾ ਚਾਹੁੰਦਾ ਕਿ ਜੇ ਅਸੀਂ ਸ਼ੁਰੂਆਤ ਕਰਨੀ ਹੈ ਕਿਸੇ ਚੰਗੇ ਦੀ ਤੇ ਸਾਨੂੰ ਖੁਦ ਤੋਂ ਕਰਨੀ ਪੈਣੀ ਆ, ਸਾਨੂੰ ਸਮਾਜ ਤੋਂ ਕਰਨੀ ਪੈਣੀ ਆ। ਕਿਉਂਕਿ ਕੋਈ ਮੰਤਰੀ, ਕੋਈ ਸਰਕਾਰ, ਕੋਈ ਪਾਰਟੀ ਉਹ ਮਾੜੀ ਨਹੀਂ ਹੁੰਦੀ। ਕਿਸੇ ਪਾਰਟੀ ਦੀ ਆਈਡੀਓਲੋਜੀ ਮਾੜੀ ਨਹੀਂ ਆ, ਉਹਦੀ ਵਿਚਾਰਧਾਰਾ ਮਾੜੀ ਨਹੀਂ ਆ। ਮਾੜਾ ਕੌਣ ਕਰਦਾ ਇਹਨੂੰ? ਮਤਲਬ ਅਸੀਂ ਲੋਕ ਕਿਸੇ ਮੰਤਰੀ ਨੂੰ ਜਾ ਕੇ ਜਾਂ ਕਿਸੇ MLA ਨੂੰ ਜਾ ਕੇ ਕਹਾਂਗੇ ਕਿ ਫਲਾਣੇ ਨਾਲ ਸਾਡੀ ਲੜਾਈ ਹੋਈ ਤੇ ਉੱਥੇ ਪਰਚਾ ਕਰਾਓ ਤੇ ਫੇਰ ਹੀ ਉਹ ਕਰਾਊਗਾ ਨਾ। ਇਸ ਕਰਕੇ ਸਾਨੂੰ ਸੁਧਾਰ ਕਰਨਾ ਪਊਗਾ ਆਪਣੇ ਆਪ ਤੇ। ਸਰਕਾਰਾਂ ਨਹੀਂ ਮਾੜੀਆਂ, ਮੰਤਰੀ ਨਹੀਂ ਮਾੜੇ, ਅਸੀਂ ਸਮਾਜ ਤੋਂ ਸੁਧਾਰ ਕਰੀਏ, ਚੰਗੇ ਹੋਵਾਂਗੇ। ਇਹ ਸਨ ਕੁਲਵਿੰਦਰ ਸਿੰਘ ਜੀ ਮਾਊਤ ਪਹਾੜਾ ਮੰਡੀ ਦੇ ਵਿੱਚ ਸਾਡੇ ਆੜ੍ਹਤੀ ਸਾਹਿਬ ਨੇ, ਜਿਨ੍ਹਾਂ ਨੇ ਦੱਸਿਆ ਕਿ
ਇਸ ਵਾਰੀ ਤੇ ਪਿਛਲੀ ਵਾਰੀਆਂ ਦੇ ਵਿੱਚ ਜਿਹੜਾ ਮੰਡੀਆਂ ਦਾ ਕਾਰੋਬਾਰ ਸੀ ਇਹਦਾ ਬੜਾ ਅੰਤਰ ਹੈ, ਜਿਹੜਾ ਨਾਲ ਦੀ ਨਾਲ ਹੀ ਜਿਹੜਾ ਉਹ ਜ਼ਿਮੀਂਦਾਰਾਂ ਦਾ ਇੱਕ ਦਾਣਾ ਚੁੱਕਿਆ ਗਿਆ ਔਰ ਇੱਕ ਦਾਣੇ ਦੀ ਜਿਹੜੀ ਕੀਮਤ ਜਿਹੜੀ ਆ ਉਹ ਜ਼ਿਮੀਂਦਾਰਾਂ ਨੂੰ ਨਾਲ ਦੇ ਨਾਲ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੈ। ਕਿਸੇ ਜ਼ਿਮੀਂਦਾਰ ਨੂੰ ਰਾਤ ਆਣ ਕੇ ਨਹੀਂ ਰਹਿਣਾ ਪਿਆ, ਕਿਸੇ ਜ਼ਿਮੀਂਦਾਰ ਨੂੰ ਕੋਈ ਪਾਣੀ ਦੀ ਕੋਈ ਬੈਠਣ ਦੀ ਕੋਈ ਮੁਸ਼ਕਲ ਦਾ ਜਿਹੜਾ ਉਹ ਨਹੀਂ ਵੇਖਣੀ ਪਈ। ਸੋ ਨਾਲ ਦੇ ਨਾਲ ਉਹਨਾਂ ਨੇ ਜਿਹੜਾ ਕਿ ਸਾਨੂੰ ਵੀ ਸਰਕਾਰ ਦਾ ਹਿੱਸਾ ਬਣਨਾ ਚਾਹੀਦਾ, ਸਾਨੂੰ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ। ਜੇਕਰ ਸਾਨੂੰ ਇੱਧਰੋਂ ਸਰਕਾਰ ਵੱਲੋਂ ਵਧੀਆ ਰਿਸਪੌਂਸ ਮਿਲ ਰਿਹਾ ਤੇ ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਇਕੱਲੀ ਕਰ ਰਹੀ ਆ, ਸਾਡੇ ਲੋਕਾਂ ਦਾ ਵੀ ਆ। ਸੋ ਜੇਕਰ ਅਸੀਂ ਸਭ ਚੰਗੇ ਹੋਵਾਂਗੇ ਤੇ ਪਾਰਟੀ ਕੋਈ ਵੀ ਨਹੀਂ ਮਾੜੀ, ਚਾਹੇ ਉਹ ਕਾਂਗਰਸ ਲਾ ਲਓ, ਚਾਹੇ ਕੋਈ ਅਕਾਲੀ ਲਾ ਲਓ ਜਾਂ ਫਿਰ ਕੋਈ ਵੀ ਆਮ ਆਦਮੀ ਲਾ ਲਓ, ਸਾਰੇ ਹੀ ਲੋਕ ਚੰਗੇ, ਉਹਨਾਂ ਦੀ ਵਿਚਾਰਧਾਰਾ ਚੰਗੀ ਹੁੰਦੀ ਹੈ। ਅਸਲ ਮੁਸ਼ਕਲ ਕਿੱਥੇ ਅੜ ਕੇ ਆਉਂਦੀ ਆ ਕਿ ਜਦੋਂ ਅਸੀਂ ਪੱਖ ਪਾਲਣ ਲੱਗ ਜਾਂਦੇ ਹਾਂ ਤੇ ਇੱਥੇ ਆ ਕੇ ਜਿਹੜਾ ਵਾ ਆਪਣੇ ਕੰਮ ਪਹਿਲਾਂ ਕਰਵਾਓ ਤੇ ਦੂਜਿਆਂ ਦੇ ਵੇਸੇ ਲਾਓ, ਇੱਥੋਂ ਆਣ ਕੇ ਜਿਹੜਾ ਉਹ ਨੁਕਸ ਪੈਦਾ ਚਾਲੂ ਹੋ ਜਾਂਦਾ, ਨੁਕਸ ਪੈਣਾ ਚਾਲੂ ਹੋ ਜਾਂਦਾ। ਸੋ ਇਸ ਵਾਰੀ ਜਿਹੜੀ ਸਰਕਾਰ ਨਿਰਪੱਖ ਹੋ ਕੇ ਜਿਹੜਾ ਉਹ ਕੰਮ ਕਰ ਰਹੀ ਆ। ਸੋ ਕੁਲਵਿੰਦਰ ਜੀ ਧੰਨਵਾਦ, ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਆ। ਪਬਲਿਕ ਪ੍ਰਾਈਮ ਟੀਵੀ ਤੋਂ ਅਮੋਲਕ ਸਿੰਘ ਕੈਮਰਾਮੈਨ ਦੇ ਨਾਲ ਮੈਂ ਗੁਰਮੇਸ਼ ਸਿੰਘ ਸਤਿਲੇ, ਧੰਨਵਾਦ ਜੀ।